प्यारे बच्चों सत श्री अकाल नमस्कार सलाम। मैं ਤੁਹਾਡਾ ਗੁਰਮੇਲ ਸਿੰਘ ਸਾਗੂ ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਪੁੱਲਰ ਸ਼੍ਰੀ ਮੁਕਤਸਰ ਸਾਹਿਬ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ 7ਵੀਂ ਜਮਾਤ ਦਾ ਸਮਾਜਿਕ ਸਿੱਖਿਆ ਦਾ ਪਾਠ ਨੰਬਰ 12 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ ਲੈ ਕੇ। ਬੱਚਿਓ ਇਹ ਪਾਠ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਅੱਜ ਆਪਾਂ ਇਸ ਪਾਠ ਦੀ ਦੁਹਰਾਈ ਕਰਾਂਗੇ। ਦੁਹਰਾਈ ਦੇ ਦੌਰਾਨ ਪਹਿਲਾਂ ਮੈਂ ਇਸ ਪਾਠ ਦੇ ਮੇਨ ਪੁਆਇੰਟਸ ਯਾਨੀ ਮੁੱਖ ਨੁਕਤੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਉਸ ਤੋਂ ਬਾਅਦ ਤੁਹਾਡੇ ਕੋਲੋਂ ਕੁਝ ਸਵਾਲ ਪੁੱਛਾਂਗਾ। ਬੱਚਿਓ ਤੁਸੀਂ ਮੇਨ ਪੁਆਇੰਟਸ ਨੂੰ ਧਿਆਨ ਨਾਲ ਸੁਣਨਾ ਹੈ ਤਾਂ ਕਿ ਜਦੋਂ ਤੁਹਾਡੇ ਤੋਂ ਸਵਾਲ ਪੁੱਛੇ ਜਾਂਦੇ ਹਨ ਜਾਂ ਖਾਲੀ ਥਾਵਾਂ ਭਰਨ ਲਈ ਕਿਹਾ ਜਾਂਦਾ ਹੈ ਜਾਂ ਮਿਲਾਨ ਕਰੋ ਕਰਨ ਲਈ ਕਿਹਾ ਜਾਂਦਾ ਹੈ ਤਾਂ ਤੁਸੀਂ ਆਰਾਮ ਨਾਲ ਉਹ ਸਾਰੇ ਉੱਤਰ ਦੇ ਸਕੋ। ਤਾਂ ਬੱਚਿਓ ਆਪਾਂ ਸ਼ੁਰੂਆਤ ਕਰਦੇ ਹਾਂ ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ। ਤਾਂ ਬੱਚਿਓ ਮੱਧਕਾਲ ਵਿੱਚ ਦੱਖਣੀ ਭਾਰਤ ਵਿੱਚ ਬਹੁਤ ਸਾਰੇ ਵੱਡੇ ਅਤੇ ਛੋਟੇ ਨਵੇਂ ਰਾਜ ਸਥਾਪਿਤ ਹੋਏ, ਪਰ ਇਹਨਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਰਾਜ ਜਿਹੜੇ ਹੋਏ ਨੇ ਪੱਲਵ, ਪਾਂਡਿਆ ਅਤੇ ਚੋਲ, ਜਿਨ੍ਹਾਂ ਬਾਰੇ ਆਪਾਂ ਇਸ ਪਾਠ ਵਿੱਚ ਪੜ੍ਹ ਚੁੱਕੇ ਹਾਂ। ਤਾਂ ਬੱਚਿਓ ਇਹਨਾਂ ਵਿੱਚੋਂ ਪੱਲਵ ਰਾਜ ਜਿਹੜਾ ਸੀ ਉਹ 5ਵੀਂ ਤੋਂ 6ਵੀਂ ਸਦੀ ਵਿੱਚ ਸ਼ੁਰੂ ਹੋਇਆ, ਜਦੋਂ ਮੱਧ ਭਾਰਤ ਵਿੱਚ ਸਤਵਾਹਨ ਰਾਜ ਕਰਿਆ ਕਰਦੇ ਸੀ। ਤਾਂ ਸਤਵਾਹਨਾਂ ਦੇ ਖਾਤਮੇ ਤੋਂ ਬਾਅਦ ਪੱਲਵਾਂ ਦਾ ਰਾਜ ਸ਼ੁਰੂ ਹੋਇਆ ਔਰ ਇਹਨਾਂ ਦੇ ਪ੍ਰਮੁੱਖ ਸ਼ਾਸਕ ਜਿਹੜੇ ਬਹੁਤ ਸ਼ਕਤੀਸ਼ਾਲੀ ਹੋਏ ਅਤੇ ਜਿਨ੍ਹਾਂ ਨੇ ਪੱਲਵਾਂ ਦੇ ਰਾਜ ਨੂੰ ਬਹੁਤ ਦੂਰ ਦੂਰ ਤੱਕ ਫੈਲਾਇਆ, ਉਹ ਸਨ ਮਹਿੰਦਰ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਪਹਿਲਾ। ਪੱਲਵਾਂ ਦੀ ਰਾਜਧਾਨੀ ਕਾਂਚੀ ਵਿਖੇ ਸੀ। ਪੱਲਵਾਂ ਨੇ ਕਲਾ ਦੀ ਬਿਹਤਰੀ ਵਾਸਤੇ ਬਹੁਤ ਕੰਮ ਕੀਤਾ ਔਰ ਖ਼ਾਸ ਕਰਕੇ ਭਵਨ ਉਸਾਰੀ ਕਲਾ ਦੇ ਨਮੂਨੇ ਜੋ ਪੱਲਵ ਕਾਲ ਵੇਲੇ ਬਣਾਏ ਗਏ ਉਹ ਅੱਜ ਵੀ ਦੁਨੀਆ ਵਿੱਚ ਮੌਜੂਦ ਹਨ। ਇਹਨਾਂ ਵਿੱਚੋਂ ਸ਼ੋਰ ਮੰਦਰ ਅਤੇ ਰਥ ਮੰਦਰ ਮਹਾਬਲੀਪੁਰਮ ਵਿਖੇ ਸਥਿਤ ਹਨ ਅਤੇ ਕੈਲਾਸ਼ਨਾਥ ਮੰਦਰ ਕਾਂਚੀ ਵਿਖੇ ਸਥਿਤ ਹੈ। ਤਾਂ ਇਹ ਸੀ ਪੱਲਵਾਂ ਬਾਰੇ ਜਾਣਕਾਰੀ। ਉਸ ਤੋਂ ਬਾਅਦ ਦੂਸਰਾ ਸ਼ਕਤੀਸ਼ਾਲੀ ਰਾਜ ਪਾਂਡਿਆ। ਪਾਂਡਿਆ ਸ਼ਾਸਕ ਤਮਿਲਨਾਡੂ ਦੇ ਦੱਖਣੀ ਭਾਗਾਂ ਵਿੱਚ ਰਾਜ ਕਰਦੇ ਸਨ। ਇਹਨਾਂ ਦੀ ਰਾਜਧਾਨੀ ਮਦੁਰਾਈ ਸੀ। ਪਾਂਡਿਆ ਸ਼ਾਸਕਾਂ ਦੇ ਸ਼ਾਸਨ ਕਾਲ ਸਮੇਂ ਪ੍ਰਸਿੱਧ ਯਾਤਰੀ ਮਾਰਕੋ ਪੋਲੋ ਨੇ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਉਸਨੇ ਪਾਂਡਿਆ ਸ਼ਾਸਕਾਂ ਦੇ ਸ਼ਾਸਨ ਦੇ ਦੌਰਾਨ ਉਹਨਾਂ ਦੇ ਰਾਜ ਵਿੱਚ ਵੀ ਯਾਤਰਾ ਕੀਤੀ ਅਤੇ ਇਸ ਬਾਰੇ ਬਿਰਤਾਂਤ ਲਿਖਿਆ। ਪਾਂਡਿਆ ਸ਼ਾਸਕਾਂ ਦਾ 14ਵੀਂ ਸਦੀ ਵਿੱਚ ਪਤਨ ਹੋ ਗਿਆ ਸੀ। ਇਸ ਤੋਂ ਅਗਲਾ ਪ੍ਰਸਿੱਧ ਘਰਾਣਾ ਚੋਲ ਸ਼ਾਸਕ। ਬੱਚਿਓ ਚੋਲ ਸ਼ਾਸਕਾਂ ਨੇ ਪੱਲਵ ਅਤੇ ਪਾਂਡਿਆ ਸ਼ਾਸਕਾਂ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕੀਤਾ ਸੀ। ਇਹਨਾਂ ਦੇ ਪਹਿਲੇ ਸ਼ਾਸਕ ਵਿਜੈਆਲਯ ਨੇ ਪੱਲਵਾਂ ਤੋਂ ਤੰਜੌਰ ਜਿੱਤਿਆ ਸੀ ਅਤੇ ਇੱਕ ਹੋਰ ਚੋਲ ਸ਼ਾਸਕ ਪਰਾਂਤਕ ਪਹਿਲੇ ਨੇ ਪਾਂਡਿਆ ਸ਼ਾਸਕਾਂ ਤੋਂ ਮਦੁਰਾਈ ਜਿੱਤਿਆ ਸੀ ਜੋ ਉਹਨਾਂ ਦੀ ਰਾਜਧਾਨੀ ਸੀ। ਚੋਲ ਸ਼ਾਸਕਾਂ ਵਿੱਚੋਂ ਪ੍ਰਸਿੱਧ ਸ਼ਾਸਕ ਰਾਜ ਰਾਜਾ ਪਹਿਲਾ ਅਤੇ ਰਜਿੰਦਰ ਚੋਲ ਹੋਏ ਹਨ। ਰਾਜ ਪਹਿਲਾ 985 ਈਸਵੀ ਤੋਂ 1014 ਈਸਵੀ ਤੱਕ ਰਾਜ ਕੀਤਾ ਸੀ। ਇਹਨਾਂ ਨੇ ਚੇਰ, ਪਾਂਡਿਆ ਅਤੇ ਸ਼੍ਰੀਲੰਕਾ ਦੇ ਰਾਜਿਆਂ ਨੂੰ ਹਰਾਇਆ। ਇਸ ਤੋਂ ਇਲਾਵਾ ਇਹਨਾਂ ਨੇ ਸਮੁੰਦਰੀ ਸੈਨਾ ਦਾ ਆਧੁਨਿਕੀਕਰਨ ਕੀਤਾ, ਯਾਨੀ ਕਿ ਮੱਧਕਾਲ ਦੇ ਵਿੱਚ ਵੀ ਭਾਰਤ ਦੇ ਵਿੱਚ ਥਲ ਸੈਨਾ ਦੇ ਨਾਲ ਨਾਲ ਸਮੁੰਦਰੀ ਸੈਨਾ ਵੀ ਵਿਕਸਿਤ ਹੋ ਚੁੱਕੀ ਸੀ।
ਇਸ ਤੋਂ ਇਲਾਵਾ ਰਾਜ ਪਹਿਲਾ ਨੇ ਤੰਜੌਰ ਵਿਖੇ ਰਾਜ ਰਾਜੇਸ਼ਵਰ ਮੰਦਰ ਵੀ ਤਿਆਰ ਕਰਵਾਇਆ। ਜੇ ਆਪਾਂ ਰਜਿੰਦਰ ਚੋਲ ਦੀ ਗੱਲ ਕਰੀਏ ਤਾਂ ਉਹਨਾਂ ਨੇ 1014 ਤੋਂ ਲੈ ਕੇ 1044 ਈਸਵੀ ਤੱਕ ਰਾਜ ਕੀਤਾ। ਇਹਨਾਂ ਨੇ ਅੰਡੇਮਾਨ ਨਿਕੋਬਾਰ ਅਤੇ ਜਾਵਾ ਆਦਿ ਟਾਪੂਆਂ ਦੀਆਂ ਜਿੱਤਾਂ ਹਾਸਲ ਕੀਤੀਆਂ ਔਰ ਰਜਿੰਦਰ ਚੋਲ ਨੇ ਗੰਗਈ ਕੋਂਡਾ ਚੋਲਾਪੁਰਮ ਦੀ ਉਪਾਧੀ ਵੀ ਧਾਰਨ ਕੀਤੀ। ਚੋਲ ਸ਼ਾਸਕਾਂ ਦੇ ਰਾਜਕਾਲ ਸਮੇਂ ਰਾਜ ਪ੍ਰਬੰਧ ਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਸਮੇਂ ਰਾਜਾ ਸਭ ਤੋਂ ਸ਼ਕਤੀਸ਼ਾਲੀ ਹੁੰਦਾ ਸੀ। ਰਾਜਾ ਹੀ ਰਾਜ ਪ੍ਰਬੰਧ, ਨਿਆਂ ਅਤੇ ਸੁਰੱਖਿਆ ਨੂੰ ਵੇਖਦਾ ਸੀ, ਪਰ ਉਹ ਆਪਣੇ ਫੈਸਲੇ ਕਰਨ ਲਈ ਮੰਤਰੀ ਮੰਡਲ ਦੀ ਸਲਾਹ ਵੀ ਲਿਆ ਕਰਦਾ ਸੀ। ਰਾਜ ਪ੍ਰਬੰਧ ਨੂੰ ਕੁਸ਼ਲ ਤਰੀਕੇ ਨਾਲ ਚਲਾਉਣ ਵਾਸਤੇ ਚੋਲ ਕਾਲ ਦੇ ਵਿੱਚ ਪੂਰੇ ਰਾਜ ਨੂੰ ਜਾਂ ਦੇਸ਼ ਨੂੰ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ, ਜਿਸ ਨੂੰ ਮੰਡਲਮ ਕਹਿੰਦੇ ਸਨ। ਪ੍ਰਾਂਤਾਂ ਨੂੰ ਅੱਗੋਂ ਵੇਲੇਡੂ ਵਿੱਚ ਵੰਡਿਆ ਗਿਆ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਜ਼ਿਲ੍ਹੇ ਹੁੰਦੇ ਨੇ, ਅਤੇ ਵੇਲੇਡੂ ਤੋਂ ਛੋਟੀ ਇਕਾਈ ਜਾਂ ਇਹ ਕਹੀਏ ਕਿ ਉਸ ਸਮੇਂ ਦੇ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਜਿਵੇਂ ਪਿੰਡ ਹੁੰਦਾ ਹੈ, ਉਸ ਨੂੰ ਉਸ ਵੇਲੇ ਨਾਡੂ ਕਿਹਾ ਜਾਂਦਾ ਸੀ। ਹਰ ਨਾਡੂ ਦੇ ਵਿੱਚ ਔਰ ਅਤੇ ਸਭਾ ਨਾਂ ਦੀਆਂ 2 ਸਭਾਵਾਂ ਹੋਇਆ ਕਰਦੀਆਂ ਸੀ, ਜਿਨ੍ਹਾਂ ਵਿੱਚ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਭਾਗ ਲੈਂਦੇ ਸਨ ਅਤੇ ਪਿੰਡ ਦੇ ਵਿੱਚ ਕੋਈ ਨਿੱਕੇ ਮੋਟੇ ਝਗੜਿਆਂ ਦਾ ਨਿਪਟਾਰਾ ਕਰਨਾ ਜਾਂ ਪਾਣੀ ਦੀ ਵਾਰੀ ਹੈ, ਇਹ ਸਾਰੀਆਂ ਚੀਜ਼ਾਂ ਇਹਨਾਂ ਵਿੱਚ ਡਿਸਾਈਡ ਹੋਇਆ ਕਰਦੀਆਂ ਸੀ। ਔਰ ਦੇ ਵਿੱਚ ਸਾਰੇ ਪਿੰਡ ਦੇ ਵਸਨੀਕ ਸ਼ਾਮਲ ਹੁੰਦੇ ਸੀ, ਜਿਹਦੇ ਵਿੱਚ ਮਰਦ ਔਰਤਾਂ ਸਾਰੇ ਹੀ ਹੁੰਦੇ ਸਨ, ਅਤੇ ਸਭਾ ਵਿੱਚ ਪਿੰਡ ਦੇ ਜਾਂ ਨਾਡੂ ਦੇ ਸਿਰਫ ਬਾਲਗ ਮਰਦਾਂ ਨੂੰ ਹੀ ਭਾਗ ਲੈਣ ਦਾ ਅਧਿਕਾਰ ਸੀ। ਚੋਲ ਸ਼ਾਸਨ ਸਮੇਂ ਫੌਜ ਬਹੁਤ ਸ਼ਕਤੀਸ਼ਾਲੀ ਸੀ, ਜਿਹਦੇ ਵਿੱਚ ਪੈਦਲ, ਘੋੜਸਵਾਰ ਅਤੇ ਹਾਥੀ ਵੀ ਸ਼ਾਮਲ ਹੁੰਦੇ ਸਨ, ਔਰ ਇਹਦੇ ਨਾਲ ਨਾਲ ਜਲ ਸੈਨਾ ਵੀ ਬਹੁਤ ਸ਼ਕਤੀਸ਼ਾਲੀ ਸੀ। ਰਾਜ ਪ੍ਰਬੰਧ ਨੂੰ ਚਲਾਉਣ ਲਈ ਕਮਾਈ ਦਾ ਸਾਧਨ ਭੂਮੀ ਤੋਂ ਇਕੱਠਾ ਹੋਣ ਵਾਲਾ ਲਗਾਨ ਸੀ ਅਤੇ ਵਪਾਰ ਤੋਂ ਇਕੱਠਾ ਹੋਣ ਵਾਲਾ ਟੈਕਸ ਜਾਂ ਲਗਾਨ ਸੀ। ਇਹ ਸੀ ਚੋਲ ਸ਼ਾਸਨ ਕਾਲ ਸਮੇਂ ਦਾ ਰਾਜ ਪ੍ਰਬੰਧ। ਹੁਣ ਆਪਾਂ ਉਸ ਵੇਲੇ ਦੇ ਸਮਾਜ ਦੇ ਉੱਪਰ ਝਾਤੀ ਮਾਰ ਲਈਏ ਤਾਂ ਸਮਾਜ ਨੂੰ ਉਸ ਸਮੇਂ ਵੀ ਵੱਖ-ਵੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ। ਭਾਰਤ ਦੇ ਵਿੱਚ ਸ਼ੁਰੂ ਤੋਂ ਹੀ ਜਾਤੀ ਪ੍ਰਥਾ ਦਾ ਬੋਲਬਾਲਾ ਰਿਹਾ ਹੈ, ਜਿਹਦੇ ਤਹਿਤ ਸਮਾਜ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਤਾਂ ਉਸ ਵੇਲੇ ਕੁਲੀਨ ਲੋਕ ਯਾਨੀ ਕਿ ਉੱਚੇ ਘਰਾਣਿਆਂ ਦੇ ਲੋਕ, ਜਿਨ੍ਹਾਂ ਵਿੱਚ ਸ਼ਾਹੀ ਘਰਾਣੇ ਦੇ ਲੋਕ ਆ ਜਾਂਦੇ ਨੇ, ਜਾਂ ਹੋਰ ਅਮੀਰ ਲੋਕ, ਬ੍ਰਾਹਮਣ ਅਤੇ ਵਪਾਰੀ ਵਰਗ ਦਾ ਸਤਿਕਾਰ ਸੀ। ਇਹਨਾਂ ਦੇ ਨਾਲ ਨਾਲ ਉਸ ਵੇਲੇ ਦੇ ਸ਼ਿਲਪਕਾਰ ਵੀ ਬਹੁਤ ਖੁਸ਼ਹਾਲ ਸਨ, ਕਿਉਂਕਿ ਚੋਲ ਸ਼ਾਸਕਾਂ ਨੇ ਵੀ ਕਲਾ ਦੀ ਬਿਹਤਰੀ ਵਾਸਤੇ ਬਹੁਤ ਕੰਮ ਕੀਤਾ ਸੀ। ਸਮਾਜ ਵਿੱਚ ਇਸਤਰੀਆਂ ਦਾ ਦਰਜਾ ਵੀ ਉੱਚਾ ਸੀ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਇਸਤਰੀਆਂ ਦੀ ਸਿੱਖਿਆ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਇਸਤਰੀਆਂ ਦੀ ਉੱਚ ਸਿੱਖਿਆ ਵਾਸਤੇ ਵੀ ਪ੍ਰਬੰਧ ਕੀਤੇ ਹੋਏ ਸਨ। ਸਮਾਜ ਦਾ ਸਭ ਤੋਂ ਹੇਠਲਾ ਵਰਗ, ਜਿਹਨੂੰ ਆਪਾਂ ਕਾਮੇ ਕਹਿ ਸਕਦੇ ਹਾਂ, ਜਿਹਦੇ ਵਿੱਚ ਉਸ ਵੇਲੇ ਦੇ ਕਿਸਾਨ ਅਤੇ ਮਜ਼ਦੂਰ ਸਨ, ਉਹ ਬਹੁਤ ਗਰੀਬ ਵਰਗ ਸੀ ਔਰ ਬਹੁਤ ਹੀ ਔਖਾ ਜੀਵਨ ਬਤੀਤ ਕਰ ਰਿਹਾ ਸੀ। ਇਹ ਸੀ ਚੋਲ ਸਮੇਂ ਦਾ ਸਮਾਜ। ਹੁਣ ਉਸ ਵੇਲੇ ਦੇ ਧਰਮ ਦੀ ਗੱਲ ਵੀ ਕਰ ਲਈਏ ਤਾਂ ਉਸ ਸਮੇਂ ਮੁੱਖ ਧਰਮ ਹਿੰਦੂ ਸੀ ਅਤੇ ਲੋਕ ਹਿੰਦੂ ਦੇਵੀ ਦੇਵਤਿਆਂ ਜਿਵੇਂ ਕਿ ਵਿਸ਼ਨੂੰ, ਸ਼ਿਵ ਆਦਿ ਦੀ ਪੂਜਾ ਕਰਦੇ ਸਨ। ਇਸ ਦੇ ਨਾਲ ਨਾਲ ਹੀ ਬੁੱਧ ਧਰਮ ਅਤੇ ਜੈਨ ਧਰਮ ਵੀ ਪ੍ਰਚਲਿਤ ਹੋ ਚੁੱਕਿਆ ਸੀ ਅਤੇ ਵੱਖ-ਵੱਖ ਧਾਰਮਿਕ ਲਹਿਰਾਂ ਜਿਵੇਂ ਕਿ ਅਦਵੈਤ ਮਤ, ਜਿਸ ਦਾ ਪ੍ਰਚਾਰ ਸ਼ੰਕਰਾਚਾਰੀਆ ਨੇ ਕੀਤਾ, ਲਿੰਗਾਇਤ ਮਤ, ਜਿਸ ਦਾ ਪ੍ਰਚਾਰ ਬਾਸਵ ਨੇ ਕੀਤਾ, ਅਤੇ ਭਗਤੀ ਲਹਿਰ ਦੇ ਰਾਮਾਨੁਜ ਅਤੇ ਮਾਧਵ ਵੀ ਸਨ। ਉਸ ਸਮੇਂ ਦੀ ਸਿੱਖਿਆ ਅਤੇ ਸਾਹਿਤ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਵਿਆਕਰਨ, ਦਰਸ਼ਨ ਸ਼ਾਸਤਰ, ਕਲਾ, ਵਿਗਿਆਨ ਅਤੇ ਗ੍ਰਹਿ ਵਿਗਿਆਨ ਦੀ ਸਿੱਖਿਆ ਜਾਂ ਵਿੱਦਿਆ ਦਿੱਤੀ ਜਾਂਦੀ ਸੀ।
ਸਿੱਖਿਆ ਮੰਦਰਾਂ ਦੇ ਵਿੱਚ ਹੀ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਵਾਂਗੂ ਅਲੱਗ ਤੋਂ ਸਕੂਲ ਨਹੀਂ ਸਨ ਅਤੇ ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਸੀ ਅਤੇ ਉਹਦੇ ਨਾਲ ਨਾਲ ਖੇਤਰੀ ਭਾਸ਼ਾ ਤਮਿਲ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਉਸ ਵੇਲੇ ਜਿਹੜੀਆਂ ਸੰਸਕ੍ਰਿਤ ਦੇ ਨਾਲ ਨਾਲ ਜਿਹੜੀਆਂ ਹੋਰ ਭਾਸ਼ਾਵਾਂ ਦਾ ਵਿਕਾਸ ਹੋਇਆ ਉਹ ਸਨ ਤਮਿਲ, ਤੇਲਗੂ ਅਤੇ ਕੰਨੜ। ਖੇਤਰੀ ਭਾਸ਼ਾਵਾਂ ਦੇ ਵਿਕਾਸ ਦਾ ਹੀ ਸਬੂਤ ਹੈ ਕਿ ਉਸ ਵੇਲੇ ਰਾਮਾਇਣ ਨੂੰ ਤਮਿਲ ਭਾਸ਼ਾ ਵਿੱਚ ਅਨੁਵਾਦਿਤ ਕੀਤਾ ਗਿਆ ਸੀ ਉਸ ਵੇਲੇ ਦੇ ਪ੍ਰਸਿੱਧ ਵਿਦਵਾਨ ਕੰਬਨ ਦੇ ਦੁਆਰਾ। ਹੁਣ ਆਪਾਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤਾਂ ਤਮਿਲਨਾਡੂ ਵਿੱਚ ਜ਼ਿਮੀਂਦਾਰਾ ਵਿਸਥਾਰ ਸਿੰਚਾਈ ਲਈ ਦਰਿਆਵਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿੰਨੇ ਵੀ ਦਰਿਆ ਚੋਲ ਸ਼ਾਸਨ ਦੇ ਵਿੱਚੋਂ ਲੰਘਦੇ ਸਨ ਉਹਨਾਂ ਸਾਰਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਪ੍ਰਮੁੱਖ ਦਰਿਆ ਜਿਹੜਾ ਉਦੋਂ ਦਾ ਸੀ ਉਹ ਸੀ ਕਾਵੇਰੀ। ਜਿਹੜੀਆਂ ਥਾਵਾਂ 'ਤੇ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ ਸਕਦਾ ਸੀ ਉੱਥੇ ਤਲਾਬ ਖੋਦ ਕੇ ਉਹਨਾਂ ਦਾ ਪਾਣੀ ਖੇਤਾਂ ਨੂੰ ਦਿੱਤਾ ਜਾਂਦਾ ਸੀ ਔਰ ਤਲਾਬ ਦੇ ਪਾਣੀ ਦੀ ਵੰਡ ਕਰਨ ਵਾਸਤੇ ਹਰ ਨਾਡੂ ਜਾਂ ਪਿੰਡ ਵਿੱਚ ਤਲਾਬ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਜਿਹੜੇ ਸਾਰੇ ਕਿਸਾਨਾਂ ਨੂੰ ਵਾਰੀ ਨਾਲ ਪਾਣੀ ਦਿੰਦੇ ਸਨ। ਜੇ ਰਾਜ ਵਿੱਚ ਸੋਕਾ ਪੈ ਜਾਂਦਾ ਸੀ ਕਿਸੇ ਵੇਲੇ ਤਾਂ ਕਿਸਾਨਾਂ ਤੋਂ ਭੂਮੀ ਲਗਾਨ ਨਹੀਂ ਲਿਆ ਜਾਂਦਾ ਸੀ। ਇਹਦੇ ਨਾਲ ਹੀ ਕਿਸਾਨਾਂ ਦੀ ਸਹਾਇਤਾ ਵਾਸਤੇ ਉਹਨਾਂ ਨੂੰ ਕਰਜ਼ੇ ਦੇਣ ਦੀ ਸਹੂਲਤ ਵੀ ਰਾਜ ਦੁਆਰਾ ਦਿੱਤੀ ਜਾਂਦੀ ਸੀ। ਖੇਤੀਬਾੜੀ ਨੂੰ ਹੋਰ ਪ੍ਰਫੁੱਲਿਤ ਕਰਨ ਵਾਸਤੇ ਘੁਮੱਕੜ ਕਬੀਲੇ ਜਾਣੇ ਜਿਹੜੇ ਕਬੀਲੇ ਇੱਕ ਜਗ੍ਹਾ 'ਤੇ ਟਿਕ ਕੇ ਨਹੀਂ ਰਹਿੰਦੇ ਸਗੋਂ ਤੁਰ ਫਿਰ ਕੇ ਜਾਂ ਘੁੰਮ ਫਿਰ ਕੇ ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਦੀ ਸਹਾਇਤਾ ਨਾਲ ਜੰਗਲਾਂ ਨੂੰ ਕੱਟ ਕੇ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ ਗਿਆ ਸੀ ਤਾਂ ਕਿ ਖੇਤੀ ਵਾਸਤੇ ਜ਼ਿਆਦਾ ਜ਼ਮੀਨ ਉਪਲਬਧ ਹੋ ਸਕੇ। ਤਾਂ ਬੱਚਿਓ ਇਹ ਸੀ ਕੁਝ ਮੁੱਖ ਨੁਕਤੇ। ਹੁਣ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਤਾਂ ਪਹਿਲੀ ਐਕਸਰਸਾਈਜ਼ ਹੈ ਆਪਣੇ ਕੋਲੇ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਦੱਖਣੀ ਭਾਰਤ ਵਿੱਚ 3 ਸ਼ਕਤੀਸ਼ਾਲੀ ਰਾਜਪੂਤ ਰਾਜ ਡੈਸ਼ ਡੈਸ਼ ਅਤੇ ਡੈਸ਼ ਸਨ। ਹਾਂਜੀ ਤੁਹਾਨੂੰ ਯਾਦ ਹੋਊਗਾ ਬਿਲਕੁਲ ਪਹਿਲੀ ਸਲਾਈਡ 'ਤੇ ਤੁਹਾਨੂੰ ਮੈਂ ਦੱਸਿਆ ਸੀ ਪੱਲਵ, ਪਾਂਡਿਆ ਅਤੇ ਚੋਲ ਸਨ। ਪੱਲਵਾਂ ਦੀ ਰਾਜਧਾਨੀ ਦਾ ਨਾਮ ਡੈਸ਼ ਸੀ, ਕਾਂਚੀ। ਪੱਲਵਾਂ ਦੇ ਪ੍ਰਸਿੱਧ ਸ਼ਾਸਕ ਡੈਸ਼ ਵਰਮਨ ਪਹਿਲਾ ਅਤੇ ਡੈਸ਼ ਵਰਮਨ ਪਹਿਲਾ ਸਨ। ਵਰਮਨ ਪਹਿਲਾ ਦੋਨਾਂ ਦੇ ਨਾਮ 'ਚ ਹੀ ਆਉਂਦਾ, ਮਹਿੰਦਰ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਪਹਿਲਾ। ਪੱਲਵਾਂ ਨੇ ਡੈਸ਼ ਡੈਸ਼ ਅਤੇ ਡੈਸ਼ ਰਾਜਿਆਂ ਨੂੰ ਹਰਾਇਆ। ਕਿਹੜੇ ਕਿਹੜੇ ਰਾਜਿਆਂ ਨੂੰ ਹਰਾਇਆ ਸੀ? ਚੋਲ, ਚੇਰ, ਪਾਂਡਿਆ। ਪੱਲਵਾਂ ਨੇ ਮਹਾਬਲੀਪੁਰਮ ਵਿਖੇ ਡੈਸ਼ ਅਤੇ ਡੈਸ਼ ਮੰਦਰ ਬਣਵਾਏ। 2 ਮੰਦਰ ਬਣਵਾਏ ਸੀ ਉਹਨਾਂ ਨੇ ਮਹਾਬਲੀਪੁਰਮ ਵਿਖੇ, ਸ਼ੋਰ ਮੰਦਰ ਅਤੇ ਰੱਥ ਮੰਦਰ। ਪੱਲਵਾਂ ਨੇ ਕਾਂਚੀ ਵਿਖੇ ਡੈਸ਼ ਮੰਦਰ ਬਣਵਾਇਆ। ਕਾਂਚੀ ਵਿਖੇ ਕੈਲਾਸ਼ਨਾਥ ਮੰਦਰ ਬਣਵਾਇਆ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵੱਧਦੇ ਹਾਂ। ਇਹ ਹੈ ਸਹੀ ਉੱਤਰ ਚੁਣੋ ਦੀ। ਹਰ ਪ੍ਰਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ 3 ਉੱਤਰ ਊੜਾ ਐੜਾ ਈੜੀ 3 ਆਪਸ਼ਨਸ ਦਿੱਤੇ ਗਏ ਹਨ। ਤੁਸੀਂ ਇਹਨਾਂ ਵਿੱਚੋਂ ਸਹੀ ਆਪਸ਼ਨ ਨੂੰ ਚੁਣਨਾ ਹੈ। ਤਾਂ ਪਹਿਲਾ ਪ੍ਰਸ਼ਨ ਹੈ ਪਾਂਡਿਆ ਰਾਜ ਦੀ ਰਾਜਧਾਨੀ ਕਿਹੜੀ ਸੀ? ਆਪਸ਼ਨਸ ਹਨ ਊੜਾ ਕਾਂਚੀ, ਐੜਾ ਤਮਿਲਨਾਡੂ, ਈੜੀ ਮਦੁਰਾਈ। ਤਾਂ ਪਾਂਡਿਆ ਰਾਜ ਦੀ ਰਾਜਧਾਨੀ ਸੀ ਮਦੁਰਾਈ। ਨੰਬਰ 2, ਪਾਂਡਿਆ ਰਾਜ ਦੀ ਯਾਤਰਾ ਕਿਸ ਨੇ ਕੀਤੀ? ਮਾਰਕੋ ਪੋਲੋ, ਵਾਸਕੋ ਡੀ ਗਾਮਾ ਜਾਂ ਕੋਲੰਬਸ? ਮਾਰਕੋ ਪੋਲੋ। ਪਾਂਡਿਆ ਰਾਜ ਦਾ ਪਤਨ ਕਿਹੜੀ ਸਦੀ ਵਿੱਚ ਹੋਇਆ? ਊੜਾ 18ਵੀਂ ਸਦੀ, ਆੜਾ 10ਵੀਂ ਸਦੀ, ਈੜੀ 14ਵੀਂ ਸਦੀ ਵਿੱਚ ਹੋਇਆ। ਨੰਬਰ 4, ਪਾਂਡਿਆ ਦਾ ਸ਼ਾਸਨ ਮੌਜੂਦਾ ਭਾਰਤ ਦੇ ਕਿਹੜੇ ਰਾਜ ਵਿੱਚ ਸਥਿਤ ਸੀ? ਊੜਾ ਤਮਿਲਨਾਡੂ, ਆੜਾ ਗੁਜਰਾਤ, ਈੜੀ ਪੰਜਾਬ। ਤਾਂ ਪਾਂਡਿਆ ਸ਼ਾਸਨ ਤਮਿਲਨਾਡੂ ਵਿੱਚ ਸਥਿਤ ਸੀ। ਅਗਲੀ ਐਕਸਰਸਾਈਜ਼ ਸਹੀ ਉੱਤਰ ਚੁਣੋ। ਪਹਿਲਾ ਪ੍ਰਸ਼ਨ ਹੈ ਚੋਲ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ? ਤੁਹਾਡੇ ਆਪਸ਼ਨਸ ਨੇ ਊੜਾ ਰਜਿੰਦਰ ਚੋਲ, ਆੜਾ ਪ੍ਰਾਂਤਕ ਪਹਿਲਾ, ਈੜੀ ਵਿਜਯਾਲਯ।
ਸਹੀ ਉੱਤਰ ਹੈ ਈਡੀ ਵਿਦਿਆਲਾ। ਨੰਬਰ 2, ਰਾਜ ਰਾਜਾ ਪਹਿਲੇ ਨੇ ਤੰਜੌਰ ਵਿਖੇ ਕਿਹੜਾ ਮੰਦਰ ਬਣਵਾਇਆ? ਆਪਸ਼ਨਸ ਹਨ ਊੜਾ ਰਥ ਮੰਦਰ, ਆੜਾ ਰਾਜ ਰਾਜੇਸ਼ਵਰ ਮੰਦਰ, ਈੜੀ ਸ਼ੋਰ ਮੰਦਰ। ਸਹੀ ਉੱਤਰ ਹੈ ਰਥ ਮੰਦਰ। ਰਾਜ ਰਾਜਾ ਪਹਿਲੇ ਨੇ ਤੰਜੌਰ ਵਿਖੇ ਰਥ ਮੰਦਰ ਬਣਵਾਇਆ। ਪ੍ਰਸ਼ਨ ਨੰਬਰ 3, ਰਜਿੰਦਰ ਚੋਲ ਨੇ ਕਿਹੜੀ ਉਪਾਧੀ ਧਾਰਨ ਕੀਤੀ? ਆਪਸ਼ਨਸ ਹਨ ਊੜਾ ਗੰਗਈ ਕੋਂਡਾ, ਐੜਾ ਚੋਲਾਪੁਰਮ, ਈੜੀ ਗੰਗਈ ਕੋਂਡਾ ਚੋਲਾਪੁਰਮ। ਤਾਂ ਰਜਿੰਦਰ ਚੋਲ ਨੇ ਗੰਗਈ ਕੋਂਡਾ ਚੋਲਾਪੁਰਮ ਉਪਾਧੀ ਧਾਰਨ ਕੀਤੀ ਸੀ। ਚੌਥਾ ਪ੍ਰਸ਼ਨ ਹੈ ਸਾਡੇ ਕੋਲ, ਸਮੁੰਦਰੀ ਸੈਨਾ ਦਾ ਆਧੁਨਿਕੀਕਰਨ ਕਿਸ ਚੋਲ ਰਾਜੇ ਨੇ ਕੀਤਾ? ਆਪਸ਼ਨਸ ਹਨ ਊੜਾ ਰਜਿੰਦਰ ਚੋਲ ਨੇ, ਆੜਾ ਰਾਜ ਰਾਜਾ ਪਹਿਲੇ ਨੇ, ਈੜੀ ਪ੍ਰਾਂਤਕ ਪਹਿਲੇ ਨੇ। ਸਹੀ ਉੱਤਰ ਹੈ ਰਾਜ ਰਾਜਾ ਪਹਿਲੇ ਨੇ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵੱਧਦੇ ਹਾਂ। ਖਾਲੀ ਥਾਵਾਂ ਭਰੋ। ਪਹਿਲਾ ਵਾਕ ਹੈ, ਚੋਲ ਸ਼ਾਸਨ ਕਾਲ ਵਿੱਚ ਰਾਜਾ ਸਰਕਾਰੀ ਮਾਮਲਿਆਂ ਵਿੱਚ ਡੈਸ਼ ਦੀ ਸਲਾਹ ਲੈਂਦਾ ਸੀ। ਤਾਂ ਰਾਜਾ ਮੰਤਰੀ ਮੰਡਲ ਦੀ ਸਲਾਹ ਲੈਂਦਾ ਸੀ। ਅਗਲਾ ਵਾਕ ਹੈ, ਚੋਲ ਸ਼ਾਸਨ ਸਮੇਂ ਪ੍ਰਾਂਤ ਨੂੰ ਡੈਸ਼ ਕਿਹਾ ਜਾਂਦਾ ਸੀ। ਪ੍ਰਾਂਤ ਨੂੰ ਮੰਡਲਮ ਕਿਹਾ ਜਾਂਦਾ ਸੀ। ਹਰ ਪ੍ਰਾਂਤ ਨੂੰ ਅੱਗੋਂ ਡੈਸ਼ ਵਿੱਚ ਵੰਡਿਆ ਗਿਆ ਸੀ। ਪ੍ਰਾਂਤ ਨੂੰ ਅੱਗੋਂ ਵੇਲੇਡੂ ਵਿੱਚ ਵੰਡਿਆ ਗਿਆ ਸੀ। ਚੋਲ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਡੈਸ਼ ਸੀ। ਪਿੰਡ ਨੂੰ ਕੀ ਕਹਿੰਦੇ ਸੀ? ਨਾਡੂ। ਸਾਰੇ ਹੀ ਆਮ ਲੋਕਾਂ ਦੇ ਇਕੱਠ ਨੂੰ ਡੈਸ਼ ਕਿਹਾ ਜਾਂਦਾ ਸੀ, ਉਰ ਕਿਹਾ ਜਾਂਦਾ ਸੀ। ਊੜੇ ਨੂੰ ਔਂਕੜ, ਰਾਰਾ, ਉਰ। ਅਗਲਾ ਵਾਕ ਹੈ, ਡੈਸ਼ ਵਿੱਚ ਸਿਰਫ ਬਾਲਗ ਮਰਦ ਸ਼ਾਮਲ ਹੁੰਦੇ ਸਨ। ਸਭਾ। ਆਖਰੀ ਵਾਕ ਹੈ, ਚੋਲ ਸ਼ਾਸਕਾਂ ਦੀ ਸੈਨਾ ਵਿੱਚ ਜ਼ਮੀਨੀ ਫੌਜ ਦੇ ਨਾਲ ਨਾਲ ਸ਼ਕਤੀਸ਼ਾਲੀ ਡੈਸ਼ ਸੈਨਾ ਵੀ ਸੀ। ਜ਼ਮੀਨੀ ਫੌਜ ਦੇ ਨਾਲ ਨਾਲ ਸ਼ਕਤੀਸ਼ਾਲੀ ਜਲ ਸੈਨਾ ਵੀ ਸੀ। ਇਸੇ ਕਰਕੇ ਚੋਲ ਸ਼ਾਸਕਾਂ ਨੇ ਵੱਖ-ਵੱਖ ਸਮੁੰਦਰ ਤੋਂ ਪਾਰ ਦੇ ਟਾਪੂਆਂ ਅਤੇ ਦੇਸ਼ਾਂ ਦੇ ਉੱਤੇ ਕਬਜ਼ੇ ਕੀਤੇ ਸਨ, ਜਿੱਤਾਂ ਪ੍ਰਾਪਤ ਕੀਤੀਆਂ ਸਨ। ਇਸ ਤੋਂ ਅਗਲੀ ਐਕਸਰਸਾਈਜ਼ ਸਹੀ ਜਾਂ ਗਲਤ ਦੱਸੋ। ਪਹਿਲਾ ਵਾਕ ਹੈ, ਚੋਲ ਸਮਾਜ ਵਿੱਚ ਕੁਲੀਨ ਵਰਗ, ਬ੍ਰਾਹਮਣ ਅਤੇ ਵਪਾਰੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਹਾਂਜੀ, ਇਹ ਸਹੀ ਹੈ ਜਾਂ ਗਲਤ ਹੈ? ਸਹੀ ਹੈ, ਇਹਨਾਂ ਵਰਗਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਇਸ ਤੋਂ ਅੱਗੇ, ਚੋਲ ਸ਼ਾਸਨ ਦੌਰਾਨ ਸ਼ਿਲਪਕਾਰ ਬਹੁਤ ਗਰੀਬ ਸਨ। ਸਹੀ ਹੈ ਜਾਂ ਗਲਤ ਹੈ? ਇਹ ਗਲਤ ਹੈ, ਸ਼ਿਲਪਕਾਰ ਖੁਸ਼ਹਾਲ ਸਨ। ਅਗਲਾ ਹੈ, ਚੋਲ ਸ਼ਾਸਨ ਦੌਰਾਨ ਕਿਸਾਨ ਅਤੇ ਮਜ਼ਦੂਰ ਬਹੁਤ ਗਰੀਬ ਹੁੰਦੇ ਸਨ। ਕਿਸਾਨ ਅਤੇ ਮਜ਼ਦੂਰ ਬਹੁਤ ਗਰੀਬ ਹੁੰਦੇ ਸਨ। ਇਹ ਵਾਕ ਸਹੀ ਹੈ। ਉਸ ਤੋਂ ਅਗਲਾ ਕਥਨ ਹੈ, ਚੋਲ ਸ਼ਾਸਨ ਵਿੱਚ ਸਮਾਜ ਦੇ ਵੱਖ-ਵੱਖ ਵਰਗ ਸਾਂਝੇ ਕੰਮਾਂ ਲਈ ਇੱਕ ਦੂਜੇ ਨੂੰ ਸਹਿਯੋਗ ਨਹੀਂ ਦਿੰਦੇ ਸਨ। ਇਹ ਵਾਕ ਗਲਤ ਹੈ, ਕਿਉਂਕਿ ਆਪਾਂ ਇਹ ਪੜ੍ਹਿਆ ਸੀ ਕਿ ਜਦੋਂ ਸੋਕਾ ਪੈਣ ਦੀ ਹਾਲਤ ਵਿੱਚ ਕਿਸਾਨਾਂ ਦਾ ਲਗਾਨ ਮਾਫ ਕੀਤਾ ਜਾਂਦਾ ਸੀ ਔਰ ਉਹਨਾਂ ਨੂੰ ਵਾਹੀ ਕਰਨ ਦੇ ਲਈ ਕਰਜ਼ੇ ਵੀ ਦਿੱਤੇ ਜਾਂਦੇ ਸਨ। ਇਸ ਕਰਕੇ ਸਮਾਜ ਦੇ ਵੱਖ-ਵੱਖ ਵਰਗ ਸਾਂਝੇ ਕੰਮਾਂ ਲਈ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਸਨ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵੱਧਦੇ ਹਾਂ। ਉਹ ਹੈ, ਹੱਲ ਕਰੋ। ਇਹ ਕੁਝ ਪ੍ਰਸ਼ਨ ਲਿਖੇ ਹੋਏ ਹਨ, ਤੁਸੀਂ ਇਹਨਾਂ ਦੇ ਉੱਤਰ ਦੇਣੇ ਹਨ। ਪਹਿਲਾ ਪ੍ਰਸ਼ਨ ਹੈ, ਚੋਲ ਰਾਜ ਵਿੱਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ? ਚੋਲ ਰਾਜ ਵਿੱਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ? ਸੰਸਕ੍ਰਿਤ, ਤਮਿਲ, ਤੇਲਗੂ ਅਤੇ ਕੰਨੜ। ਸੰਸਕ੍ਰਿਤ ਮੁੱਖ ਭਾਸ਼ਾ ਸੀ ਉਸ ਸਮੇਂ ਦੇਸ਼ ਦੀ, ਅਤੇ ਇਸ ਤੋਂ ਇਲਾਵਾ ਤਮਿਲ, ਤੇਲਗੂ ਅਤੇ ਕੰਨੜ ਜਿਹੜੀਆਂ ਉੱਥੋਂ ਦੀਆਂ ਖੇਤਰੀ ਭਾਸ਼ਾਵਾਂ ਸਨ, ਇਹਨਾਂ 4 ਭਾਸ਼ਾਵਾਂ ਦਾ ਵਿਕਾਸ ਹੋਇਆ। ਨੰਬਰ 2, ਕਿਸੇ ਇੱਕ ਦਰਿਆ ਦਾ ਨਾਂ ਦੱਸੋ ਜਿਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਂਦੀ ਸੀ। ਤਾਂ ਉਸ ਸਮੇਂ ਦਾ ਚੋਲ ਸ਼ਾਸਨ ਦਾ ਸਭ ਤੋਂ ਵੱਡਾ ਦਰਿਆ ਸੀ ਕਾਵੇਰੀ। ਨੰਬਰ 3, ਕੰਬਨ ਨੇ ਰਾਮਾਇਣ ਦਾ ਕਿਸ ਭਾਸ਼ਾ ਵਿੱਚ ਅਨੁਵਾਦ ਕੀਤਾ? ਤਾਂ ਕੰਬਨ ਨੇ ਰਾਮਾਇਣ ਦਾ ਤਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ।
ਨੰਬਰ 4 ਹੈ ਨੇਨਿਹਾ ਅਤੇ ਤਿਕਨਾ ਤੇਲਗੂ ਵਿਦਵਾਨਾਂ ਨੇ ਸੰਸਕ੍ਰਿਤ ਦੇ ਕਿਸ ਗ੍ਰੰਥ ਦਾ ਤੇਲਗੂ ਭਾਸ਼ਾ ਵਿੱਚ ਅਨੁਵਾਦ ਕੀਤਾ? ਮਹਾਭਾਰਤ। ਤਾਂ ਇਹ ਸਨ ਪ੍ਰਸ਼ਨ ਉੱਤਰ। ਹੁਣ ਆਪਾਂ ਅੱਗੇ ਵਧਦੇ ਹਾਂ। ਸਹੀ ਜਾਂ ਗਲਤ ਦੱਸੋ। ਚੋਲ ਰਾਜ ਸਮੇਂ ਬੁੱਧ ਧਰਮ ਸਭ ਤੋਂ ਵੱਧ ਪ੍ਰਸਿੱਧ ਸੀ। ਹਾਂਜੀ, ਇਹ ਸਹੀ ਹੈ ਜਾਂ ਗਲਤ ਹੈ? ਇਹ ਵਾਕ ਗਲਤ ਹੈ, ਕਿਉਂਕਿ ਸਭ ਤੋਂ ਵੱਧ ਪ੍ਰਸਿੱਧ ਧਰਮ ਸੀ ਹਿੰਦੂ ਧਰਮ। ਨੰਬਰ 2 ਹੈ ਚੋਲ ਰਾਜ ਸਮੇਂ ਜ਼ਿਆਦਾਤਰ ਲੋਕ ਵਿਸ਼ਨੂੰ ਅਤੇ ਸ਼ਿਵ ਆਦਿ ਦੇਵਤਿਆਂ ਦੀ ਪੂਜਾ ਕਰਦੇ ਸਨ। ਇਹ ਵਾਕ ਸਹੀ ਹੈ। ਤੀਸਰਾ ਵਾਕ ਹੈ ਸ਼ੰਕਰਾਚਾਰਿਆ ਨੇ ਲਿੰਗਾਇਤ ਮਤ ਦੀ ਸ਼ੁਰੂਆਤ ਕੀਤੀ। ਸ਼ੰਕਰਾਚਾਰਿਆ ਨੇ ਲਿੰਗਾਇਤ ਮਤ ਦੀ ਸ਼ੁਰੂਆਤ ਕੀਤੀ। ਇਹ ਵਾਕ ਗਲਤ ਹੈ। ਅੱਗੇ ਹੈ ਰਾਮਾਨੁਜ ਅਤੇ ਮਾਧਵ ਭਗਤੀ ਲਹਿਰ ਦੇ ਮਹਾਨ ਪ੍ਰਚਾਰਕ ਸਨ। ਇਹ ਵਾਕ ਸਹੀ ਹੈ। ਨੰਬਰ 5 ਬਾਸਵ ਨੇ ਅਦਵੈਤ ਮਤ ਦਾ ਪ੍ਰਚਾਰ ਨਹੀਂ ਕੀਤਾ। ਹਾਂਜੀ, ਸਹੀ ਹੈ ਜਾਂ ਗਲਤ? ਸਹੀ ਹੈ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵਧਦੇ ਹਾਂ। ਖਾਲੀ ਥਾਵਾਂ ਭਰੋ। ਪਹਿਲਾ ਹੈ ਪੱਲਵ ਸ਼ਾਸਕਾਂ ਨੇ ਡੈਸ਼ ਨੂੰ ਆਪਣੀ ਰਾਜਧਾਨੀ ਬਣਾਇਆ। ਪੱਲਵ ਸ਼ਾਸਕਾਂ ਨੇ ਕਾਂਚੀ ਨੂੰ ਆਪਣੀ ਰਾਜਧਾਨੀ ਬਣਾਇਆ। ਨੰਬਰ 2 ਮਾਰਕੋ ਪੋਲੋ ਨੇ ਡੈਸ਼ ਰਾਜ ਦੀ ਯਾਤਰਾ ਕੀਤੀ। ਮਾਰਕੋ ਪੋਲੋ ਨੇ ਪਾਂਡਿਆ ਰਾਜ ਦੀ ਯਾਤਰਾ ਕੀਤੀ। ਨੰਬਰ 3 ਰਾਜਿੰਦਰ ਚੋਲ ਨੇ ਡੈਸ਼ ਦੀ ਉਪਾਧੀ ਧਾਰਨ ਕੀਤੀ। ਰਾਜਿੰਦਰ ਚੋਲ ਗੰਗਈਕੋਂਡਾ ਚੋਲਾਪੁਰਮ। ਨੰਬਰ 4 ਚੋਲ ਰਾਜਕਾਲ ਸਮੇਂ ਇਸਤਰੀਆਂ ਦਾ ਡੈਸ਼ ਕੀਤਾ ਜਾਂਦਾ ਸੀ। ਇਸਤਰੀਆਂ ਦਾ ਉਸ ਸਮੇਂ ਸਤਿਕਾਰ ਕੀਤਾ ਜਾਂਦਾ ਸੀ। ਅਗਲੀ ਐਕਸਰਸਾਈਜ਼ ਸਹੀ ਗਲਤ ਦੱਸੋ। ਪਹਿਲਾ ਹੈ ਚੋਲ ਸ਼ਾਸਕਾਂ ਕੋਲ ਸ਼ਕਤੀਸ਼ਾਲੀ ਥਲ ਸੈਨਾ ਸੀ। ਸ਼ਕਤੀਸ਼ਾਲੀ ਥਲ ਸੈਨਾ। ਇਹ ਵਾਕ ਸਹੀ ਹੈ ਜਾਂ ਗਲਤ ਹੈ? ਸਹੀ ਹੈ, ਕਿਉਂਕਿ ਉਹਨਾਂ ਦੀ ਸੈਨਾ ਵਿੱਚ ਪੈਦਲ, ਘੋੜਸਵਾਰ ਅਤੇ ਹਾਥੀ ਵੀ ਸ਼ਾਮਲ ਸਨ। ਨੰਬਰ 2 ਮਹਿੰਦਰ ਵਰਮਨ ਨੇ ਗੰਗਈਕੋਂਡਾ ਚੋਲਾਪੁਰਮ ਨਗਰ ਵਸਾਇਆ। ਗਲਤ ਹੈ। ਗੰਗਈਕੋਂਡਾ ਚੋਲਾਪੁਰਮ ਤਾਂ ਉਪਾਧੀ ਸੀ ਇੱਕ। ਨੰਬਰ 3 ਕੰਬਨ ਵਿਦਵਾਨ ਨੇ ਰਾਮਾਇਣ ਦਾ ਤਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ। ਕੰਬਨ ਵਿਦਵਾਨ ਨੇ ਰਾਮਾਇਣ ਦਾ ਤਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ। ਇਹ ਵਾਕ ਸਹੀ ਹੈ। ਨੰਬਰ 4 ਚੋਲ ਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਸਹੀ ਉੱਤਰ ਹੈ। ਅਤੇ ਪ੍ਰਾਂਤਾਂ ਨੂੰ ਕਹਿੰਦੇ ਕੀ ਸੀ ਭਲਾ ਦੀ? ਮੰਡਲਮ। ਹਾਂਜੀ। ਨੰਬਰ 5 ਮਦੁਰਾਏ ਚੋਲ ਸ਼ਾਸਕਾਂ ਦੀ ਰਾਜਧਾਨੀ ਸੀ। ਗਲਤ ਉੱਤਰ। ਮਦੁਰਾਏ ਤਾਂ ਪਾਂਡਿਆਂ ਦੀ ਰਾਜਧਾਨੀ ਸੀ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵਧਦੇ ਹਾਂ। ਮਿਲਾਨ ਕਰੋ। ਤਾਂ ਬੱਚੋ ਕਾਲਮ ਊੜਾ ਅਤੇ ਕਾਲਮ ਆੜਾ ਵਿੱਚ 6 ਟਰਮਜ਼ ਲਿਖੀਆਂ ਹੋਈਆਂ ਤੁਹਾਡੇ ਸਾਹਮਣੇ। ਆਪਾਂ ਊੜਾ ਵਾਲੀਆਂ ਟਰਮਜ਼ ਨੂੰ ਆੜਾ ਵਾਲੇ ਪਾਸੇ ਯਾਨੀ ਕਿ ਖੱਬੇ ਪਾਸੇ ਵਾਲੀਆਂ ਚੀਜ਼ਾਂ ਨੂੰ ਸੱਜੇ ਪਾਸੇ ਵਾਲੀਆਂ ਚੀਜ਼ਾਂ ਨਾਲ ਮਿਲਾਉਣਾ ਹੈ ਕਿ ਕਿਹੜੀ ਚੀਜ਼ ਕਿਹਦੇ ਨਾਲ ਮੇਲ ਕਰੂ। ਤਾਂ ਖੱਬੇ ਪਾਸੇ ਆਪਣੇ ਕੋਲ ਲਿਖਿਆ ਹੋਇਆ ਪਹਿਲਾ ਬਾਸਵ, ਫਿਰ ਸ਼ੰਕਰਾਚਾਰਿਆ, ਫਿਰ ਰਾਮਾਨੁਜ, ਕੈਲਾਸ਼ਨਾਥ ਮੰਦਰ, ਰਥ ਮੰਦਰ ਅਤੇ ਰਾਜ ਰਾਜੇਸ਼ਵਰ ਮੰਦਰ। ਇਹਨਾਂ ਦੇ ਸੱਜੇ ਹੱਥ ਕਾਲਮ ਆੜਾ ਵਿੱਚ ਆਪਣੇ ਕੋਲ ਲਿਖੇ ਹੋਏ ਨੇ। ਨੰਬਰ 1 ਹੈ ਕਾਂਚੀ, ਨੰਬਰ 2 ਲਿੰਗਾਇਤ ਮਤ, ਨੰਬਰ 3 ਭਗਤੀ ਲਹਿਰ, ਨੰਬਰ 4 ਤੰਜੌਰ, ਨੰਬਰ 5 ਅਦਵੈਤ ਮਤ ਅਤੇ ਨੰਬਰ 6 ਮਹਾਬਲੀਪੁਰਮ। ਹੁਣ ਆਪਾਂ ਖੱਬੇ ਪਾਸੇ ਦੀ ਪਹਿਲੀ ਆਈਟਮ ਚੱਕਦੇ ਹਾਂ ਬਾਸਵ। ਤਾਂ ਬਾਸਵ ਦਾ ਇਹਨਾਂ ਨਾਲ ਵਿੱਚੋਂ ਕਿਹਦੇ ਨਾਲ ਮਿਲਾਨ ਹੋ ਸਕਦਾ ਹੈ? ਹਾਂਜੀ ਬੱਚੋ, ਲਿੰਗਾਇਤ ਮਤ। ਨੰਬਰ 2 ਸ਼ੰਕਰਾਚਾਰਿਆ। ਸ਼ੰਕਰਾਚਾਰਿਆ ਦਾ ਅਦਵੈਤ ਮਤ ਨਾਲ ਮਿਲਾਨ ਹੁੰਦਾ। ਉਹਨਾਂ ਨੇ ਅਦਵੈਤ ਮਤ ਦਾ ਪ੍ਰਚਾਰ ਕੀਤਾ ਸੀ। ਨੰਬਰ 3 ਹੈ ਰਾਮਾਨੁਜ। ਰਾਮਾਨੁਜ ਭਗਤੀ ਲਹਿਰ ਨਾਲ ਸੰਬੰਧ ਰੱਖਦੇ ਸਨ। ਨੰਬਰ 4 ਹੈ ਕੈਲਾਸ਼ਨਾਥ ਮੰਦਰ। ਆਪਣੇ ਕੋਲ ਆਪਸ਼ਨਸ ਬਚੇ ਨੇ ਕਾਂਚੀ, ਫਿਰ ਤੰਜੌਰ ਅਤੇ ਮਹਾਬਲੀਪੁਰਮ। ਕੈਲਾਸ਼ਨਾਥ ਮੰਦਰ ਕਿੱਥੇ ਸਥਿਤ ਸੀ? ਕਾਂਚੀ ਦੇ ਵਿੱਚ। ਉਸ ਤੋਂ ਅੱਗੇ ਹੈ ਰਥ ਮੰਦਰ। ਰਥ ਮੰਦਰ
ਮਹਾਬਲੀਪੁਰਮ ਵਿਖੇ ਸੀ। ਔਰ ਰਾਜ ਰਾਜੇਸ਼ਵਰ ਮੰਦਰ ਇਹ ਕਿੱਥੇ ਸੀ? ਤੰਜੌਰ ਦੇ ਵਿੱਚ। ਹੁਣ ਇਸ ਤੋਂ ਅਗਲੀ ਐਕਸਰਸਾਈਜ਼, ਸਹੀ ਉੱਤਰ ਚੁਣੋ। ਪੱਲਵ ਸ਼ਾਸਕਾਂ ਨੇ ਕਾਂਚੀਪੁਰਮ ਵਿਖੇ ਕਿਹੜਾ ਮੰਦਰ ਬਣਵਾਇਆ? ਤੁਹਾਡੇ ਆਪਸ਼ਨਸ ਨੇ ਕੈਲਾਸ਼ ਮੰਦਰ, ਰੱਥ ਮੰਦਰ ਅਤੇ ਸ਼ੋਰ ਮੰਦਰ। ਤਾਂ ਕਾਂਚੀਪੁਰਮ ਵਿਖੇ ਉਹਨਾਂ ਨੇ ਇਹਨਾਂ ਵਿੱਚੋਂ ਕਿਹੜਾ ਮੰਦਰ ਬਣਵਾਇਆ ਸੀ? ਕੈਲਾਸ਼ ਮੰਦਰ। ਨੰਬਰ 2 ਹੈ, ਪਾਂਡਿਆ ਰਾਜ ਦੀ ਰਾਜਧਾਨੀ ਕਿਹੜੀ ਸੀ? ਆਪਸ਼ਨਸ ਹਨ ਪਹਿਲੀ ਚੋਲਪੁਰਮ, ਨੰਬਰ 2 ਮਦੁਰਾਏ ਔਰ ਤੀਸਰੀ ਆਪਸ਼ਨ ਹੈ ਕਾਂਚੀ। ਤਾਂ ਪਾਂਡਿਆ ਰਾਜ ਦੀ ਰਾਜਧਾਨੀ ਸੀ ਮਦੁਰਾਏ। ਨੰਬਰ 3, ਚੋਲ ਰਾਜ ਵਿੱਚ ਰਾਜ ਦੇ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ? ਨੰਬਰ 1 ਮੰਡਲਮ, ਨੰਬਰ 2 ਨਾਡੂ, ਨੰਬਰ 3 ਵੇਲੇਡੂ। ਪ੍ਰਾਂਤਾਂ ਨੂੰ ਕਿਹਾ ਜਾਂਦਾ ਸੀ ਇਹਨਾਂ ਵਿੱਚੋਂ ਮੰਡਲਮ। ਨੰਬਰ 4, ਚੋਲ ਰਾਜ ਵਿੱਚ ਪ੍ਰਾਂਤ ਤੋਂ ਅਗਲੀ ਇਕਾਈ ਕਿਹੜੀ ਸੀ? ਆਪਸ਼ਨਸ ਮੰਡਲਮ, ਨਾਡੂ, ਵੇਲੇਡੂ। ਤਾਂ ਮੰਡਲਮ ਆਪਾਂ ਵੇਖ ਚੁੱਕੇ ਹਾਂ ਤੀਜੇ ਕੁਐਸਚਨ ਦੇ ਵਿੱਚ ਵੀ, ਇਹ ਤਾਂ ਪ੍ਰਾਂਤ ਨੂੰ ਕਿਹਾ ਜਾਂਦਾ ਸੀ। ਤਾਂ ਪ੍ਰਾਂਤ ਤੋਂ ਛੋਟੀ ਇਕਾਈ ਕਿਹੜੀ ਸੀ? ਪ੍ਰਾਂਤ ਤੋਂ ਅਗਲੀ ਇਕਾਈ ਵੇਲੇਡੂ। ਇੱਕ ਆਪਣੇ ਕੋਲ ਇਹਦੇ ਵਿੱਚ ਨਾਡੂ ਆਪਸ਼ਨ ਬਚ ਗਿਆ। ਤਾਂ ਉਸ ਵੇਲੇ ਨਾਡੂ ਕਿਸ ਨੂੰ ਕਹਿੰਦੇ ਸਨ ਭਲਾ ਦੇ? ਪਿੰਡਾਂ ਨੂੰ ਨਾਡੂ ਕਿਹਾ ਜਾਂਦਾ ਸੀ। ਵੈਰੀ ਗੁੱਡ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵੱਧਦੇ ਹਾਂ। ਇਹ ਐਕਸਰਸਾਈਜ਼ ਅਗੇਨ ਸਾਡੇ ਕੋਲ ਮਿਲਾਨ ਕਰੋ ਦੀ ਐਕਸਰਸਾਈਜ਼ ਹੈ। ਖੱਬੇ ਪਾਸੇ ਆਪਣੇ ਕੋਲ ਕਾਲਮ ਊੜਾ ਦੇ ਵਿੱਚ ਨੰਬਰ 1 ਪੱਲਵ, ਨੰਬਰ 2 ਪਾਂਡਿਆ, ਨੰਬਰ 3 ਚੋਲ, ਨੰਬਰ 4 ਮਾਧਵ, ਨੰਬਰ 5 ਮਹਿੰਦਰ ਵਰਮਨ ਪਹਿਲਾ, ਨੰਬਰ 6 ਮਾਰਕੋ ਪੋਲੋ, ਨੰਬਰ 7 ਵਿਜਯਾਲੈ। ਕਾਲਮ ਆੜਾ ਦੇ ਵਿੱਚ ਯਾਨੀ ਕਿ ਸੱਜੇ ਹੱਥ ਆਪਣੇ ਕੋਲ ਆਪਸ਼ਨਸ ਹਨ ਨੰਬਰ 1 ਭਗਤੀ ਲਹਿਰ, ਨੰਬਰ 2 ਮੰਡਲਮ, ਨੰਬਰ 3 ਕਾਂਚੀ, ਨੰਬਰ 4 ਮਦੁਰਾਏ, ਨੰਬਰ 5 ਚੋਲ, ਨੰਬਰ 6 ਪੱਲਵ, ਨੰਬਰ 7 ਪਾਂਡਿਆ। ਹੁਣ ਆਪਾਂ ਕਾਲਮ ਊੜਾ ਵਾਲੇ ਪਾਸਿਓਂ ਤੁਰਦੇ ਹਾਂ। ਨੰਬਰ 1 ਹੈ ਪੱਲਵ। ਬੱਚੋ ਵੈਸੇ ਤਾਂ ਪੱਲਵ ਦੇ ਸਾਹਮਣੇ ਪੱਲਵ ਵੀ ਲਿਖਿਆ ਹੋਇਆ ਹੈ, ਪਰ ਆਪਾਂ ਉਹਨੂੰ ਨਹੀਂ ਚੁਣ ਸਕਦੇ। ਆਪਾਂ ਇਹ ਦੇਖਣਾ ਕਿ ਪੱਲਵਾਂ ਦਾ ਸੰਬੰਧ ਹੋਰ ਕਿਸ ਚੀਜ਼ ਦੇ ਨਾਲ ਸੀ। ਪੱਲਵ ਕਾਂਚੀ, ਕਾਂਚੀ ਪੱਲਵਾਂ ਦੀ ਰਾਜਧਾਨੀ ਸੀ ਨਾ। ਨੰਬਰ 2 ਹੈ ਪਾਂਡਿਆ, ਪਾਂਡਿਆ ਮਦੁਰਾਏ। ਨੰਬਰ 3 ਚੋਲ, ਮੰਡਲਮ, ਚੋਲਾਂ ਦੇ ਰਾਜਕਾਲ ਵਿੱਚ ਮੰਡਲਮ ਪ੍ਰਾਂਤ ਨੂੰ ਕਿਹਾ ਜਾਂਦਾ ਸੀ। ਨੰਬਰ 4 ਹੈ ਆਪਣੇ ਕੋਲ ਮਾਧਵ, ਭਗਤੀ ਲਹਿਰ, ਇਹਨਾਂ ਦਾ ਸੰਬੰਧ ਭਗਤੀ ਲਹਿਰ ਨਾਲ ਸੀ। ਨੰਬਰ 5 ਹੈ ਮਹਿੰਦਰ ਵਰਮਨ ਪਹਿਲਾ, ਪੱਲਵ ਰਾਜਾ ਸੀ ਇਹ। ਨੰਬਰ 6 ਹੈ ਮਾਰਕੋ ਪੋਲੋ। ਮਾਰਕੋ ਪੋਲੋ ਇੱਕ ਯਾਤਰੀ ਸੀ ਜਿਹੜਾ ਪਾਂਡਿਆ ਸ਼ਾਸਨ ਕਾਲ ਵੇਲੇ ਭਾਰਤ ਆਇਆ ਸੀ। ਨੰਬਰ 7 ਹੈ ਵਿਜਯਾਲੈ, ਚੋਲ। ਤਾਂ ਇਹ ਚੋਲ ਕਾਲ ਦਾ ਪ੍ਰਸਿੱਧ ਰਾਜਾ ਸੀ। ਤਾਂ ਇਹ ਸੀ ਐਕਸਰਸਾਈਜ਼। ਤਾਂ ਬੱਚਿਓ ਅੱਜ ਆਪਾਂ ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ ਦੇ ਤਹਿਤ 3 ਰਾਜਾਂ ਪੱਲਵ, ਪਾਂਡਿਆ ਅਤੇ ਚੋਲ ਦੇ ਬਾਰੇ ਮੁੱਖ ਨੁਕਤੇ ਪੜ੍ਹੇ ਅਤੇ ਉਸ ਤੋਂ ਬਾਅਦ ਐਕਸਰਸਾਈਜ਼ ਦੇ ਰੂਪ ਵਿੱਚ ਉਹਨਾਂ ਦੀ ਦੁਹਰਾਈ ਕੀਤੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਲੈਸਨ ਤੋਂ ਕਾਫੀ ਮਹੱਤਵਪੂਰਨ ਪੁਆਇੰਟਸ ਨੋਟ ਵੀ ਕੀਤੇ ਹੋਣਗੇ ਔਰ ਯਾਦ ਵੀ ਕੀਤੇ ਹੋਣਗੇ, ਜਿਹੜੇ ਇਮਤਿਹਾਨਾਂ ਵਿੱਚ ਤੁਹਾਡੇ ਕੰਮ ਆਉਣਗੇ। ਤਾਂ ਬੱਚਿਓ ਇਸ ਦੇ ਨਾਲ ਹੀ ਇਹ ਲੈਸਨ ਖਤਮ ਹੁੰਦਾ ਹੈ। ਬਹੁਤ ਬਹੁਤ ਧੰਨਵਾਦ।